2014 ਤੋਂ ਬਾਅਦ ਅੱਜ 20 ਚੱਲਦਾ 6 ਸਾਲਾਂ ਦੇ ਵਿੱਚ ਜਿੰਨੇ ਗਲਤ ਫੈਸਲੇ ਲਏ ਗਏ ਆ ਉਹਨਾਂ ਨੇ ਉਹਨਾਂ ਫੈਸਲਿਆਂ ਦੇ ਉੱਤੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਦਬਾ ਲਿਆ। ਹੁਣ ਉਹਨਾਂ ਨੇ ਮਨ ਦੇ ਵਿੱਚ ਜਿਹੜਾ ਭੁਲੇਖਾ ਸੀ ਉਹ ਪੰਜਾਬੀਆਂ ਨੇ ਕੱਢ ਦਿੱਤਾ। ਜਦੋਂ ਇਹ ਏਡੇ ਏਡੇ ਵੱਡੇ ਇਸ਼ੂ ਦੇ ਉੱਤੇ ਫੈਸਲਾ ਲੈਣ ਤੋਂ ਬਾਅਦ ਇੱਕ ਬਿਆਨ ਦੇਣਾ ਵੀ ਜ਼ਰੂਰੀ ਨਹੀਂ ਸੀ ਸਮਝਦੇ, ਅੱਜ ਬਿਆਨ ਤਾਂ ਛੱਡੋ, ਇਹਨਾਂ ਨੂੰ ਮੀਟਿੰਗਾਂ ਕਰਨੀਆਂ ਪੈ ਰਹੀਆਂ। ਅੱਜ ਕੇਂਦਰ ਦੀ ਸਰਕਾਰ ਚਾਹੁੰਦੀ ਹੈਗੀ ਆ ਵੀ ਬਿੱਲ ਕਿਸੇ ਤਰ੍ਹਾਂ ਵਾਪਸ ਹੋ ਜਾਣ ਜਾਂ ਕੁਝ, ਪਰ ਇੱਕ ਸਨਮਾਨਜਨਕ ਬੈਕਗੇਅਰ ਦਾ ਰਸਤਾ ਲੱਭਦੀ ਆ। ਅੱਜ ਉਸ ਪੰਜਾਬ ਨੇ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕੀਤੀ ਹੈ ਔਰ ਇਹਨਾਂ ਨੂੰ ਧੂਲ ਚਟਾ ਕੇ ਰੱਖ ਦਿੱਤੀ ਆ। ਫੈਸਲਾ ਇਹਨਾਂ ਨੂੰ ਆਪਣਾ ਵਾਪਸ ਲੈਣਾ ਹੀ ਪੈਣਾ ਆ, ਲੇਕਿਨ ਹੁਣ ਸਨਮਾਨਜਨਕ ਰਸਤਾ ਲੱਭ ਰਹੇ ਆ। ਕਿਉਂ ਝੁਠਲਾ ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਸਰਕਾਰ ਦੀ ਇਹ ਦਲੀਲ ਨੂੰ ਕਿ ਜਦੋਂ ਅਸੀਂ ਇਸ ਬਿੱਲ ਦਾ ਖਰੜਾ ਤਿਆਰ ਕੀਤਾ ਸੀ, ਇਸ ਕਾਨੂੰਨ ਦਾ, ਉਸ ਵੇਲੇ ਅਸੀਂ ਮੁੱਖ ਮੰਤਰੀਆਂ ਦੀ ਰਾਏ ਲਈ ਸੀ ਤੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਪਹਿਲੇ ਨੰਬਰ ਤੇ ਆ। ਜਦੋਂ ਲੋਕਾਂ ਨੇ ਤੁਹਾਨੂੰ ਨੰਗਾ ਕੀਤਾ ਨਾ, ਸੁਖਬੀਰ ਬਾਦਲ ਨੂੰ, ਅਕਾਲੀ ਦਲ ਨੂੰ, ਜਦੋਂ ਲੋਕਾਂ ਨੇ ਸ਼ਰੇਆਮ ਇਹ ਗੱਲ ਕਹੀ ਕਿ ਤੁਸੀਂ ਜਿਹੜੇ ਤੁਹਾਡਾ ਝੂਠ ਆ ਉਹ ਲੋਕਾਂ ਦੇ ਸਾਹਮਣੇ ਆ ਗਿਆ, ਤਦ ਉਹਨਾਂ ਨੂੰ ਜਿਹੜਾ ਹੈਗਾ ਕੇਂਦਰ ਦੀ ਸਰਕਾਰ ਤੋਂ ਅਸਤੀਫਾ ਵਾਪਸ ਲੈਣਾ ਪਿਆ। MRP ਦਾ ਮਤਲਬ ਹੈ ਮੈਕਸਿਮਮ ਰਿਟੇਲ ਪ੍ਰਾਈਸ। ਜਿਹੜਾ ਕਿਸਾਨ ਦੀ ਫਸਲ ਆ ਉੱਤੇ ਕੀ ਲਿਖਿਆ MSP, ਯਾਨੀ ਮਿਨੀਮਮ ਸਪੋਰਟ ਪ੍ਰਾਈਸ। ਇੱਕੋ ਹੀ ਚੀਜ਼ ਇਦਾਂ ਦੀ ਆ ਜਿਹਦੇ ਤੇ ਘੱਟੋ ਘੱਟ ਸਮਰਥਨ ਮੁੱਲ ਕਿਹਾ ਗਿਆ, ਬਾਕੀ ਸਾਰੀਆਂ ਦੇਸ਼ ਦੇ ਅੰਦਰ ਚੀਜ਼ਾਂ ਜਿਹੜੀਆਂ ਉਹ ਮੈਕਸਿਮਮ ਰੇਟ ਤੇ ਵਿਕ ਰਹੀਆਂ। ਜਿਹੜੀ ਖੇਤੀ ਆ ਉਹ ਕੰਪਨੀਆਂ ਦੀ ਕਿਸਾਨ ਕਰੂਗਾ, ਮਤਲਬ ਕਿਸਾਨ ਆਪਣੇ ਖੇਤ ਦੇ ਵਿੱਚ ਮਜ਼ਦੂਰ ਬਣ ਗਿਆ। ਅੱਜ ਸੋਮ ਪ੍ਰਕਾਸ਼ ਕਹਿੰਦੇ ਰਿਟਾਇਰਡ IAS ਅਫਸਰ ਆ, ਉਹ ਲੋਕ ਸਭਾ ਹੁਸ਼ਿਆਰਪੁਰ ਆਪਣੀ ਲੋਕ ਸਭਾ ਆ ਨਾ, ਇੱਥੋਂ ਜਿੱਤ ਕੇ ਗਿਆ, ਉਹ ਕੈਬਨਿਟ ਦੇ ਵਿੱਚ ਰਾਜ ਮੰਤਰੀ ਬਣਿਆ। ਕਿਉਂ ਲੋਕਾਂ ਦਾ ਮੂੰਹ ਲੁਕਾਉਂਦਾ ਫਿਰਦਾ? ਅੱਜ ਇਹ ਗੱਲ ਲੋਕਾਂ ਦੇ ਸਮਝ ਵਿੱਚ ਆ ਗਈ ਆ। ਇਹ ਸਿਰਫ ਤੇ ਸਿਰਫ ਖੇਤੀ ਸੁਧਾਰ ਕਾਨੂੰਨ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਦਾ ਡੈਥ ਵਾਰੰਟ ਆ। ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ 8 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦੇ ਫਗਵਾੜਾ ਦੇ ਸ਼ੂਗਰ ਮਿਲ ਚੌਂਕ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਹੋਰ ਜਥੇਬੰਦੀਆਂ ਵੱਲੋਂ ਵੀ ਧਰਨਾ ਦਿੱਤਾ ਜਾ ਰਿਹਾ। ਤੇ ਸਾਡੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਮੌਜੂਦ ਨੇ ਲੋਕ ਇਨਸਾਫ ਪਾਰਟੀ ਦੇ ਜਰਨੈਲ ਨੰਗਲ ਜੀ, ਜਿਨ੍ਹਾਂ ਨੂੰ ਫਗਵਾੜਾ ਦਾ ਇੱਕ ਤੇਜ਼ ਤਰਾਰ ਨੇਤਾ ਵੀ ਗਿਣਿਆ ਜਾਂਦਾ ਹੈ, ਕਿਉਂਕਿ ਹਰ ਮਜ਼ਲੂਮਾਂ ਦਾ ਜਿਹੜਾ ਵੀ ਕੋਈ ਹੁੰਦਾ ਦੁੱਖ ਦਰਦ, ਉਹਦੇ ਵਿੱਚ ਜਰਨੈਲ ਨੰਗਲ ਜੀ ਪਹਿਲ ਦੇ ਆਧਾਰ ਤੇ ਪਹੁੰਚਦੇ ਆ। ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸਾਨ ਧਰਨੇ ਬਾਰੇ ਕੀ ਕਹਿਣਾ ਚਾਹੁੰਦੇ। ਨੰਗਲ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਜਰਨੈਲ ਨੰਗਲ ਜੀ, ਜਿਸ ਤਰ੍ਹਾਂ ਇੰਨੇ ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਭਾਜਪਾ ਸਰਕਾਰ ਦੀਆਂ ਕਿਸਾਨ ਜਥੇਬੰਦੀਆਂ ਨਾਲ, ਪਰ ਉਹਨਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ, ਜਿਹਦੇ ਕਰਕੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ। ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹ ਮੀਟਿੰਗਾਂ ਕਰਕੇ ਟਾਈਮ ਵੇਸਟ ਹੋ ਰਿਹਾ? ਨਹੀਂ, ਟਾਈਮ ਨਹੀਂ ਵੇਸਟ ਹੋ ਰਿਹਾ। ਅਸਲ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਬੜਾ ਵੱਡਾ ਭੁਲੇਖਾ ਸੀ, ਕਿਉਂਕਿ ਉਹਨਾਂ ਦੇ ਧੌਣ ਦੇ ਵਿੱਚ ਇੱਕ ਹੰਕਾਰ ਦਾ ਸਰੀਆ ਅੜਿਆ ਸੀ। ਤੁਸੀਂ ਦੇਖੋ ਵੀ ਦੇਸ਼ ਦੇ ਅੰਦਰ ਅੱਜ ਤੱਕ 2014 ਤੋਂ ਬਾਅਦ ਅੱਜ 20 ਚੱਲਦਾ 6 ਸਾਲਾਂ ਦੇ ਵਿੱਚ ਜਿੰਨੇ ਗਲਤ ਫੈਸਲੇ ਲਏ ਗਏ ਆ ਉਹਨਾਂ ਨੇ ਉਹਨਾਂ ਫੈਸਲਿਆਂ ਦੇ ਉੱਤੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਦਬਾ ਲਿਆ। ਹੁਣ ਉਹਨਾਂ ਨੇ ਮਨ ਦੇ ਵਿੱਚ ਜਿਹੜਾ ਭੁਲੇਖਾ ਸੀ ਉਹ ਪੰਜਾਬੀਆਂ ਨੇ ਕੱਢ ਦਿੱਤਾ। ਪੰਜਾਬੀਆਂ ਦੀਆਂ ਦੋ ਪ੍ਰਾਪਤੀਆਂ ਇਹਦੇ ਵਿੱਚ। ਧਾਰਾ 370 ਇੱਕ ਫੈਸਲਾ ਲਿਆ, ਉੱਥੇ ਲੋਕਾਂ ਦੀ ਆਵਾਜ਼ ਨੂੰ ਇੱਦਾਂ ਬੰਦ ਕਰ ਦਿੱਤਾ ਬਈ ਜੰਮੂ ਕਸ਼ਮੀਰ ਨੂੰ ਉਹਨਾਂ ਨੇ ਇੱਕ ਜੇਲ੍ਹ ਬਣਾ ਦਿੱਤਾ। ਉੱਥੇ ਲੋਕ ਨਹੀਂ ਕੁਸਕਣ ਦਿੱਤੇ। ਜਿਹੜਾ NRC NPR CA ਦਾ ਮਾਮਲਾ ਸੀ, ਉਹਦੇ ਵਿੱਚ ਲੋਕਾਂ ਦਾ ਵੱਡਾ ਵਿਰੋਧ ਹੋਇਆ, ਲੇਕਿਨ ਸ਼ਾਹੀਨ ਬਾਗ ਦੇ ਵਿੱਚ ਐਡਾ ਵੱਡਾ ਅੰਦੋਲਨ ਵੀ ਚੱਲਿਆ, ਉਹ ਵੀ ਦਬਾ ਲਿਆ। ਉਸ ਤੋਂ ਬਾਅਦ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਅੰਦੋਲਨ ਚੱਲਿਆ, ਇਹਨਾਂ ਨੇ ਉਹਨਾਂ ਨੂੰ ਦੇਸ਼ ਧਰੋਹੀ ਦਾ ਦਰਜਾ ਦੇ ਦਿੱਤਾ, ਉੱਥੇ ਵੀ ਦਬਾ ਲਿਆ। ਕਿਉਂਕਿ ਕਾਰਨ ਕੀ ਸੀ ਕਿ ਜਦੋਂ ਕੋਈ ਸੀਰੀਅਸ ਮੈਟਰ ਦੇ ਉੱਤੇ ਲੋਕ ਵਿਰੋਧ ਕਰਦੇ ਸੀ, ਇਹਨਾਂ ਦੀ ਗੰਦੀ ਕਾਰਗੁਜ਼ਾਰੀ ਨੂੰ ਲੋਕਾਂ ਮੂਹਰੇ ਉਜਾਗਰ ਕਰਦੇ ਸੀ, ਤਾਂ ਇਹ ਕਦੀ ਪਾਕਿਸਤਾਨ ਦਾ ਮਾਮਲਾ, ਕਦੀ ਚਾਈਨਾ ਦਾ ਮਾਮਲਾ, ਇਹ ਬਾਹਰਲਾ ਭਾਰਤ ਪਾਕਿਸਤਾਨ ਵਾਲਾ ਖੇਡ ਸ਼ੁਰੂ ਕਰ ਦਿੰਦੇ ਸੀ। ਹੁਣ ਕੀ ਹੋਇਆ? ਹੁਣ ਇਹਨਾਂ ਦੇ ਉਹ ਜਿਹੜਾ ਧੌਣ ਦੇ ਵਿੱਚ ਹੰਕਾਰ ਦਾ ਸਰੀਆ ਸੀ ਉਹ ਪੰਜਾਬੀਆਂ ਨੇ ਕਿੱਦਾਂ ਕੱਢਿਆ ਵੀ ਜਦੋਂ ਇਹ ਏਡੇ ਏਡੇ ਵੱਡੇ ਇਸ਼ੂ ਦੇ ਉੱਤੇ ਫੈਸਲਾ ਲੈਣ ਤੋਂ ਬਾਅਦ ਇੱਕ ਬਿਆਨ ਦੇਣਾ ਵੀ ਜ਼ਰੂਰੀ ਨਹੀਂ ਸੀ ਸਮਝਦੇ, ਅੱਜ ਬਿਆਨ ਤਾਂ ਛੱਡੋ, ਇਹਨਾਂ ਨੂੰ ਮੀਟਿੰਗਾਂ ਕਰਨੀਆਂ ਪੈ ਰਹੀਆਂ। ਅੱਜ ਮੀਟਿੰਗਾਂ ਦੇ ਵਿੱਚ ਅੱਜ ਇਹ ਕਿਸਾਨ ਆਗੂਆਂ ਨੂੰ ਮੈਨੇਜ ਕਰਨ ਤੇ ਹੋਏ ਹੋਆ ਵੀ ਕੋਈ ਗੱਲ ਨਹੀਂ, ਆਪਾਂ ਇਹਦੇ ਵਿੱਚ ਸੋਧ ਕਰ ਲੈਂਦੇ ਹਾਂ। ਗੱਲ ਇਹ ਆ ਵੀ ਅੱਜ ਕੇਂਦਰ ਦੀ ਸਰਕਾਰ ਚਾਹੁੰਦੀ ਹੈਗੀ ਆ ਵੀ ਬਿੱਲ ਕਿਸੇ ਤਰ੍ਹਾਂ ਵਾਪਸ ਹੋ ਜਾਣ ਜਾਂ ਕੁਝ, ਪਰ ਇੱਕ ਸਨਮਾਨਜਨਕ ਬੈਕਗੇਅਰ ਦਾ ਰਸਤਾ ਲੱਭਦੀ ਆ। ਉਹਨਾਂ ਨੂੰ ਕੋਈ ਸਨਮਾਨਜਨਕ ਰਸਤਾ ਨਹੀਂ ਲੱਭ ਰਿਹਾ। ਉਹਨਾਂ ਨੂੰ ਇਹ ਲੱਗਣ ਲੱਗ ਪਿਆ ਵੀ ਇਹ ਜਿਸ ਸੂਬੇ ਨੂੰ ਇਹ ਸੂਬੀ ਕਹਿੰਦੇ ਸੀ ਨਾ, ਜਿੱਥੇ ਸਿਰਫ 13 ਮੈਂਬਰ ਆਫ ਪਾਰਲੀਮੈਂਟ, ਜਿਸ ਸੂਬੇ ਦੇ ਵਿੱਚ ਸਿਰਫ ਤੇ ਸਿਰਫ 117 ਵਿਧਾਨ ਸਭਾ ਦੀਆਂ ਸੀਟਾਂ, ਉਸ ਸੂਬੇ ਨੂੰ ਜਿਹਨੂੰ ਇਹ ਗਿਣਤੀ 'ਚ ਨਹੀਂ ਰੱਖਦੇ, ਜਿੱਥੇ BJP ਇਹ ਹੰਕਾਰ 'ਚ ਕਹਿੰਦੀ ਸੀ ਵੀ ਅਸੀਂ ਤਾਂ ਤਿੰਨੇ ਹੀ ਲੜਦੇ ਹਾਂ,
ਸਾਨੂੰ ਕੀ ਲੋੜ ਹੈ ਇੱਥੇ ਦੀ। ਇਹ ਕਹਿੰਦੇ ਸੀ ਵੀ ਅਸੀਂ ਤਾਂ 23 ਐਮਐਲਏ ਹੀ ਲੜਦੇ ਆ, ਸਾਨੂੰ ਕੀ ਲੋੜ ਹੈ ਇੱਥੇ ਦੀ। ਅੱਜ ਉਸ ਪੰਜਾਬ ਨੇ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕੀਤੀ ਹੈ ਔਰ ਇਹਨਾਂ ਨੂੰ ਧੂਲ ਚਟਾ ਕੇ ਰੱਖ ਦਿੱਤੀ ਆ। ਫੈਸਲਾ ਇਹਨਾਂ ਨੂੰ ਆਪਣਾ ਵਾਪਸ ਲੈਣਾ ਹੀ ਪੈਣਾ ਆ, ਲੇਕਿਨ ਹੁਣ ਸਨਮਾਨਜਨਕ ਰਸਤਾ ਲੱਭ ਰਹੇ ਆ। ਤੇ ਨੰਗਲ ਜੀ, ਜਿਸ ਤਰ੍ਹਾਂ ਅਕਾਲੀ ਦਲ ਇਹਨਾਂ ਦੀ ਪਹਿਲਾਂ ਭਾਈਵਾਲ ਪਾਰਟੀ ਰਹੀ ਆ, ਇਸ ਮੁੱਦੇ ਤੇ ਆ ਕੇ ਉਹਨਾਂ ਨੇ ਅਸਤੀਫਾ ਦਿੱਤਾ, ਉਹਨਾਂ ਦੇ ਅਸਤੀਫੇ ਨੂੰ ਕੀ ਸਮਝਦੇ ਤੁਸੀਂ? ਇਹ ਮੁੱਦੇ ਤੇ ਆ ਕੇ ਅਸਤੀਫਾ ਨਹੀਂ ਦਿੱਤਾ, ਥੁੱਕ ਕੇ ਚੱਟਿਆ। ਮੁੱਦੇ ਤੇ ਅਸਤੀਫਾ ਨਹੀਂ ਦਿੱਤਾ। ਜਦੋਂ ਅਕਾਲੀ ਦਲ ਨੂੰ ਲੋਕਾਂ ਨੇ ਇਹ ਐਲਾਨ ਕਰ ਦਿੱਤਾ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਬੰਦ ਕਰ ਦਿਆਂਗੇ, ਤਾਂ ਇਹਨਾਂ ਨੂੰ ਥੁੱਕ ਕੇ ਚੱਟਣਾ ਪਿਆ। ਅਸਲ ਦੇ ਵਿੱਚ ਇਹ ਸਥਿਤੀ ਕਾਂਗਰਸ ਦੀ ਵੀ ਆ, ਕੱਲਾ ਅਕਾਲੀ ਦਲ ਨਹੀਂ ਹੈਗਾ। ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦੇ ਅੰਦਰ ਅੱਜ ਤੁਸੀਂ ਦੇਖ ਲਓ ਵੀ ਜਿੱਦਣ ਇਹ ਗੱਲ ਉਹ ਓਪਨ ਕਹਿ ਰਹੇ ਆ, ਕਿਉਂ ਝੁਠਲਾ ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਸਰਕਾਰ ਦੀ ਇਹ ਦਲੀਲ ਨੂੰ ਕਿ ਜਦੋਂ ਅਸੀਂ ਇਸ ਬਿੱਲ ਦਾ ਖਰੜਾ ਤਿਆਰ ਕੀਤਾ ਸੀ, ਇਸ ਕਾਨੂੰਨ ਦਾ, ਉਸ ਵੇਲੇ ਅਸੀਂ ਮੁੱਖ ਮੰਤਰੀਆਂ ਦੀ ਰਾਏ ਲਈ ਸੀ ਤੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਪਹਿਲੇ ਨੰਬਰ ਤੇ ਆ ਤੇ ਇਹਨੇ ਉਸ ਰਾਏ ਦੇ ਵਿੱਚ ਆਪਣੀ ਕੰਸੈਂਟ ਦਿੱਤੀ ਆ, ਆਪਣੀ ਜਿਹੜੀ ਆ ਸਹਿਮਤੀ ਪ੍ਰਗਟ ਕੀਤੀ ਆ। ਤਦ ਜਿਹੜਾ ਇਹ ਜਿਹੜਾ ਕਾਨੂੰਨ ਆ ਤਦ ਅਸੀਂ ਬਣਾਇਆ। ਇਹ ਕਿਉਂ ਨਹੀਂ ਕੈਪਟਨ ਅਮਰਿੰਦਰ ਇਸ ਗੱਲ ਨੂੰ ਝੁਠਲਾਉਂਦੇ? ਝੁਠਲਾ ਨਹੀਂ ਰਹੇ। ਦੂਸਰੇ ਪਾਸੇ ਬੀਬੀ ਹਰਸਿਮਰਤ ਕੌਰ ਉਹ ਕਹਿੰਦੀ ਅਸੀਂ ਤਾਂ ਅੰਦਰੋਂ ਅੰਦਰੀ ਮਨਾ ਰਹੇ ਸੀ, ਅੰਦਰੋਂ ਅੰਦਰੀ ਮਨਾ ਰਹੇ ਸੀ, ਜਦ ਨਹੀਂ ਮੰਨੇ ਅਸੀਂ ਬਾਹਰ। ਉਹ ਬੀਬੀ ਉਹ ਨਹੀਂ ਮੰਨੇ, ਉਹ ਤਾਂ ਤੁਹਾਨੂੰ ਪਤਾ ਸੀ ਉਹ ਨਹੀਂ ਮੰਨਣਾ ਨਹੀਂ, ਕਿਉਂਕਿ ਤੁਹਾਨੂੰ ਕੁਰਸੀ ਪਿਆਰੀ ਸੀ। ਲੇਕਿਨ ਜਦੋਂ ਲੋਕਾਂ ਨੇ ਤੁਹਾਨੂੰ ਨੰਗਾ ਕੀਤਾ ਨਾ, ਸੁਖਬੀਰ ਬਾਦਲ ਨੂੰ, ਅਕਾਲੀ ਦਲ ਨੂੰ, ਜਦੋਂ ਲੋਕਾਂ ਨੇ ਸ਼ਰੇਆਮ ਇਹ ਗੱਲ ਕਹੀ ਕਿ ਤੁਸੀਂ ਜਿਹੜੇ ਤੁਹਾਡਾ ਝੂਠ ਆ ਉਹ ਲੋਕਾਂ ਦੇ ਸਾਹਮਣੇ ਆ ਗਿਆ, ਤਦ ਉਹਨਾਂ ਨੂੰ ਜਿਹੜਾ ਹੈਗਾ ਕੇਂਦਰ ਦੀ ਸਰਕਾਰ ਤੋਂ ਅਸਤੀਫਾ ਵਾਪਸ ਲੈਣਾ ਪਿਆ। ਇਸ ਕਰਕੇ ਡਬਲ ਕ੍ਰਾਸ ਜਿਹੜਾ ਹੈਗਾ ਇਹ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਲੋਕਾਂ ਦੇ ਸਮਝ ਹੁਣ ਗੱਲ ਆ ਗਈ ਆ। ਮੈਂ ਧੰਨਵਾਦ ਕਰਦਾ ਤੁਹਾਡੇ ਵਰਗੇ ਚੈਨਲਾਂ ਦਾ, ਧੰਨਵਾਦ ਕਰਦਾ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਥੀ ਸਰਗਰਮੀਆਂ ਜਿਹੜੇ ਲੋਕਾਂ ਦੇ ਤੱਕ ਕੱਲੀ ਕੱਲੀ ਜਾਣਕਾਰੀ ਪਹੁੰਚਾ ਰਹੇ ਆ। ਅਦਰਵਾਈਜ਼ ਜਿਹੜਾ ਸਾਡਾ ਨੈਸ਼ਨਲ ਮੀਡੀਆ, ਜਿਹਨੂੰ ਲੋਕਤੰਤਰ ਦਾ ਆਪਾਂ ਚੌਥਾ ਸਤੰਭ ਕਹਿੰਦੇ ਸੀ, ਉਸ ਨੈਸ਼ਨਲ ਮੀਡੀਆ ਨੇ ਦੇਸ਼ ਦਾ ਬੇੜਾ ਗਰਕ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੀ। ਮੈਂ ਅੱਜ ਸਾਰੇ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਜਿਹੜੇ ਤੁਹਾਡੇ ਵਰਗੇ ਪੱਤਰਕਾਰ ਭਰਾ ਜਿਹੜੇ ਚੈਨਲ ਨੇ, ਜਿਹੜੇ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਜਾ ਰਹੇ ਨੇ, ਅੱਜ ਤੁਹਾਡਾ ਸਭ ਤੋਂ ਵੱਡਾ ਰੋਲ ਜਿਹੜਾ ਹੈਗਾ ਉਹ ਇਸ ਲੜਾਈ ਨੂੰ ਅੱਗੇ ਲਿਜਾਣ ਜਾਂ ਕੱਲ੍ਹ ਨੂੰ ਇਹ ਲੜਾਈ ਦਾ ਜਦੋਂ ਰਿਜ਼ਲਟ ਨਿਕਲਣਾ ਤਾਂ ਕਾਮਯਾਬੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਏਗਾ। ਭਾਜਪਾ ਵੱਲੋਂ ਬਾਰ-ਬਾਰ ਇਹੀ ਕਿਹਾ ਜਾਂਦਾ ਕਿ ਜਿਹੜੇ ਕਿਸਾਨਾਂ ਲਈ ਕਾਨੂੰਨ ਬਣੇ ਆ, ਕਿਸਾਨਾਂ ਦੇ ਹਿੱਤਾਂ ਲਈ ਬਣੇ ਆ, ਪਰ ਜਿਹੜੀਆਂ ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚ ਉਹ ਇਹਨਾਂ ਨੂੰ ਗੁੰਮਰਾਹ ਕਰ ਰਹੀਆਂ। ਜੇ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਤਾਂ ਪਿਛਲੇ 1.5 ਮਹੀਨੇ ਤੋਂ ਕਿਸਾਨ ਜਿਹੜੇ ਹੈਗੇ ਆ ਉਹ ਦਿੱਲੀ ਜਾਣ ਦਾ ਐਲਾਨ ਕਰਦੇ ਸੀ। ਹੁਣ ਕਿੰਨੀ ਤਰੀਕ ਤੋਂ? 25 ਤਰੀਕ ਤੋਂ ਦਿੱਲੀ ਗਏ ਹੋ ਆ, 25 ਤਰੀਕ ਤੋਂ ਦਿੱਲੀ ਗਏ ਹੋਏ ਆ। ਅੱਜ ਕਿੰਨੀ ਤਰੀਕ ਹੋ ਗਈ ਆ? ਅੱਜ ਹੋ ਗਈ 8। 6 ਦਿਨ ਪਿਛਲੇ ਤੇ 8 ਇਹ 13-14 ਦਿਨ ਹੋ ਗਏ ਆ। ਬਾਕੀ ਪਾਰਟੀਆਂ ਗੁੰਮਰਾਹ ਕਰਦੀਆਂ, ਇਹ ਸਮਝਾ ਲੈਂਦੇ। ਇਹ ਕਿਉਂ ਨਹੀਂ ਸਮਝਾ ਸਕੇ? ਇਹਨਾਂ ਦੇ ਸਾਰੇ ਕੈਬਨਿਟ ਵਜ਼ੀਰ, ਇਹਨਾਂ ਦੇ ਆਈਐਸ ਅਫਸਰ ਜਿਨ੍ਹਾਂ ਨੇ ਬੈਠ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ, ਇਹ ਕਿਉਂ ਨਹੀਂ ਉਹਨਾਂ ਨੂੰ ਸਮਝਾ ਸਕੇ? ਇਹਨਾਂ ਨੂੰ ਕੋਲ ਜਵਾਬ ਹੈ ਨਹੀਂ। 3 ਕਾਨੂੰਨ ਆ ਜਿਹੜੇ ਇਹਨਾਂ ਨੇ ਖੇਤੀ ਸੁਧਾਰ ਕਾਨੂੰਨ ਦੇ ਨਾਮ ਦੇ ਉੱਤੇ 3 ਪਾਰਟ ਆ ਉਸ ਕਾਨੂੰਨ ਦੇ। ਪਹਿਲਾ ਪਾਰਟ ਹੈਗਾ ਉਹ ਕਿ ਇਹਨਾਂ ਨੇ ਕਿਹਾ ਬਈ ਜਿਹੜੀ ਇੱਕ ਦੇਸ਼ ਤੇ ਇੱਕ ਮੰਡੀ, ਜਿਹਦੇ ਵਿੱਚ ਮੰਡੀ ਸਿਸਟਮ ਜਿਹੜਾ ਖਤਮ, ਜਿਹੜਾ ਕਿਸਾਨ ਆ ਉਹ ਕਿਤੇ ਵੀ ਜਾ ਕੇ ਆਪਣੀ ਫਸਲ ਜਿਹੜੀ ਆ ਉਹ ਵੇਚ ਸਕਦਾ। ਪਹਿਲਾਂ ਇਹਨਾਂ ਨੇ ਇਹ ਕਿਹਾ। ਇਹਨਾਂ ਦੀ ਦਲੀਲ ਕੀ ਆ ਵੀ ਕਿਸਾਨ ਜਿਹੜਾ ਹੈਗਾ ਉਹ ਕਿਸੇ ਵੀ ਮੰਡੀ 'ਚ ਜਾ ਕੇ ਜਿੱਥੇ ਤੁਹਾਡੀ ਫਸਲ ਮਹਿੰਗੀ ਵਿਕਦੀ ਆ ਉੱਥੇ ਵੇਚ ਲਵੇ ਤਾਂ ਕਿ ਕਿਸਾਨ ਦੀ ਜਿਹੜੀ ਆਮਦਨ ਆ ਵੱਧ ਜਾਵੇ। ਲੇਕਿਨ ਇਹ ਤੇ ਹੋਣਾ ਕੀ ਆ, ਤੁਸੀਂ ਐਵਰੇਜ ਲਗਾ ਕੇ ਦੇਖੋ 5-4 ਏਕੜ ਵਾਲੇ ਕਿੰਨੇ ਕਿਸਾਨ ਆ ਜਿਨ੍ਹਾਂ ਦੀ 5-4 ਏਕੜ ਜਿਹੜੀ ਖੇਤੀ ਆ, ਉਹ 5-4 ਏਕੜ ਵਾਲੀ ਖੇਤੀ ਵਾਲਾ ਕਹੂਗਾ ਵੀ ਮੈਨੂੰ ਜਾ ਕੇ ਕੇਰਲਾ ਦੀ ਮੰਡੀ ਦੇ ਵਿੱਚ ਭਾਅ ਵਾਧੂ ਮਿਲਦਾ, ਉਹ ਇੱਥੋਂ ਉੱਥੇ ਲਿਜਾ ਕੇ ਵੇਚ ਲਊਗਾ? ਨਹੀਂ ਵੇਚ ਸਕਦਾ। ਇੱਥੇ ਆ ਕੇ ਕੌਣ ਵੇਚੂਗਾ? ਜਿਹਨੇ 1000 ਏਕੜ ਦੀ ਖੇਤੀ ਕਰਨੀ ਆ। 1000 ਏਕੜ ਵਾਲਾ ਕਿਹੜਾ ਆ? ਉਹ ਵੱਡੇ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਆ। ਪਹਿਲੀ ਇਹਨਾਂ ਦੀ ਦਲੀਲ ਇਹ ਫੇਲ ਆ। ਦੂਜੀ, ਜਦੋਂ ਮੰਡੀ ਦੇ ਵਿੱਚ ਦੂਸਰੀ ਮੰਡੀ ਦੇ ਵਿੱਚ ਜਾਣਾ, ਇਹ ਕਹਿੰਦੇ ਆ ਵੀ ਐਮਐਸਪੀ ਦਾ ਭਾਂਡਾ ਸੀ ਭੰਨਿਆ। ਜਦੋਂ ਅਸੀਂ 22 ਜੂਨ ਤੋਂ ਲੈ ਕੇ 26 ਜੂਨ ਤੱਕ ਅਸੀਂ 5 ਦਿਨ ਦਾ ਸਾਈਕਲ ਮਾਰਚ ਦਰਬਾਰ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਕੀਤਾ, ਤਾਂ ਅਸੀਂ ਬੰਗਿਆਂ ਦੀ ਮੰਡੀ ਦੇ ਵਿੱਚ ਔਰ ਨਵਾਂ ਸ਼ਹਿਰ ਦੀ ਮੰਡੀ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮਾਰਚ ਸੀਗਾ। ਉੱਥੇ ਅਸੀਂ ਜਾ ਕੇ ਕਿਸਾਨ ਭਰਾਵਾਂ ਨੂੰ ਪੁੱਛਿਆ, ਬੰਗਿਆਂ ਦੀ ਮੰਡੀ ਦੇ ਵਿੱਚ ਸੋਨੇ ਵਰਗੀ ਮੱਕੀ ਕਿਸਾਨ ਵੇਚਣ ਵਾਸਤੇ ਆਇਆ। ਜਦੋਂ ਉਹਨੂੰ ਪੁੱਛਿਆ ਗਿਆ ਵੀ ਭਾਈ ਇਹ ਮੱਕੀ ਕੀ ਭਾਅ ਵੇਚਣ ਲੱਗੇ ਹੋ, ਉਹ ਕਹਿੰਦਾ ਮੇਰਾ ਮੁੱਲ ਲੱਗਾ 700 ਤੋਂ 750। ਜਦੋਂ ਅਸੀਂ ਨਵਾਂ ਸ਼ਹਿਰ ਦੀ ਮੰਡੀ 'ਚ ਗਏ ਉੱਥੇ ਮੁੱਲ ਲੱਗਾ 650 ਤੋਂ 700 ਤੇ ਐਮਐਸਪੀ ਕਿੰਨੀ ਆ? ਐਮਐਸਪੀ 1850 ਤੇ ਮੱਕੀ ਕੀ ਭਾਅ ਵਿਕਦੀ ਆ? 750 ਤੱਕ। ਇਹਦਾ ਮਤਲਬ ਐਮਐਸਪੀ ਜਦੋਂ ਖਰੀਦਦਾਰ ਹੈ ਨਹੀਂ ਤਾਂ ਐਮਐਸਪੀ ਕਿੱਥੇ ਗਈ? ਔਰ ਸਭ ਤੋਂ ਵੱਡੀ ਗੱਲ, ਇਸ ਦੇਸ਼ ਦੇ ਅੰਦਰ ਅਗਰ ਸੂਈ ਤੋਂ ਲੈ ਕੇ ਸਮੁੰਦਰੀ ਜਹਾਜ਼ ਤੱਕ ਚੀਜ਼ ਬਣਦੀ ਆ,
ਔਰ ਉਸ ਚੀਜ਼ ਬਣਾਉਣ ਵਾਲਾ ਜਿਹੜਾ ਮੈਨੂਫੈਕਚਰ ਹੈਗਾ ਉਹ ਆਪਣੀ ਚੀਜ਼ ਦੀ ਕੀਮਤ ਆਪ ਤੈਅ ਕਰਦਾ। ਇੱਕ ਕਿਸਾਨ ਦੀ ਫਸਲ ਇਦਾਂ ਦੀ ਆ ਵੀ ਉਗਾਉਂਦਾ ਕਿਸਾਨ, ਉਹਨੂੰ ਪਤਾ ਮੇਰੀ ਫਸਲ ਤੇ ਪਾਣੀ ਕਿੰਨੀ ਵਾਰ ਲਾਇਆ, ਉਹਨੂੰ ਪਤਾ ਮੈਨੂੰ ਬਿਜਲੀ ਦਾ ਖਰਚ ਕਿੰਨਾ ਆ, ਉਹਨੂੰ ਪਤਾ ਮੈਂ ਲੇਬਰ ਕਿੰਨੀ ਦਿੱਤੀ, ਉਹਨੂੰ ਪਤਾ ਮੈਂ ਖਾਦ ਕਿੰਨੀ ਪਾਈ ਆ। ਲੇਕਿਨ ਉਹਦੀ ਕੀਮਤ ਕੌਣ ਤੈਅ ਕਰ ਰਿਹਾ? ਸਰਕਾਰ। ਤੇ ਸਰਕਾਰ ਉਸ ਕੀਮਤ ਤੇ ਵੀ ਖਰੀਦਣ ਨੂੰ ਤਿਆਰ ਨਹੀਂ। ਉਹ ਬਾਕੀ ਸਾਰੇ ਪ੍ਰੋਡਕਟ ਜਿੰਨੇ ਵੀ ਪ੍ਰੋਡਕਟ ਹੈਗੇ ਆ, ਕੋਈ ਵੀ ਤੁਹਾਡੇ ਜੇਬ ਦੇ ਵਿੱਚ ਪ੍ਰੋਡਕਟ ਆ, ਚਾਹੇ ਤੁਸੀਂ ਕੱਪੜਾ ਪਾਇਆ, ਚਾਹੇ ਜੇਬ 'ਚ ਮੋਬਾਈਲ ਆ, ਉਹਦੇ ਉੱਤੇ ਕੀ ਲਿਖਿਆ? MRP। MRP ਦਾ ਮਤਲਬ ਹੈ ਮੈਕਸਿਮਮ ਰਿਟੇਲ ਪ੍ਰਾਈਸ। ਜਿਹੜਾ ਕਿਸਾਨ ਦੀ ਫਸਲ ਆ ਉੱਤੇ ਕੀ ਲਿਖਿਆ? MSP, ਯਾਨੀ ਮਿਨੀਮਮ ਸਪੋਰਟ ਪ੍ਰਾਈਸ। ਇੱਕੋ ਹੀ ਚੀਜ਼ ਇਦਾਂ ਦੀ ਆ ਜਿਹਦੇ ਤੇ ਘੱਟੋ ਘੱਟ ਸਮਰਥਨ ਮੁੱਲ ਕਿਹਾ ਗਿਆ ਹੈ। ਬਾਕੀ ਸਾਰੀਆਂ ਦੇਸ਼ ਦੇ ਅੰਦਰ ਚੀਜ਼ਾਂ ਜਿਹੜੀਆਂ ਉਹ ਮੈਕਸਿਮਮ ਰੇਟ ਤੇ ਵਿਕ ਰਹੀਆਂ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਵੀ ਜਿਹੜੀ ਸਰਕਾਰ ਆ, ਪਹਿਲੀ ਗੱਲ 'ਚ ਫੇਲ ਆ। ਦੂਜਾ, ਇਹਨਾਂ ਦੇ ਬਿੱਲ ਦਾ ਪਾਰਟ ਹੈਗਾ ਕਿ ਇਹਨਾਂ ਨੇ ਕਿਹਾ ਕਿ ਜਿਹੜਾ ਦੂਸਰਾ ਬਿੱਲ ਆ ਉਹਦੇ ਨਾਲ ਜਿਹੜੀ ਕੰਟਰੈਕਟ ਬੇਸ ਖੇਤੀ ਕੀਤੀ ਜਾਊਗੀ। ਕੰਟਰੈਕਟ ਬੇਸ ਕਿੱਦਾਂ ਹੋਣੀ ਆ? ਬਈ ਜਿਹੜੀਆਂ ਕੰਪਨੀਆਂ ਵੱਡੀਆਂ ਹੋਣਗੀਆਂ ਉਹ ਕਿਸਾਨਾਂ ਦੇ ਕੋਲੋਂ ਜਿਹੜੀ ਜ਼ਮੀਨ ਆ ਉਹ ਠੇਕੇ ਤੇ ਲੈਣਗੀਆਂ, ਤੇ ਠੇਕੇ ਤੇ ਲੈ ਕੇ ਕੀ ਕਰਨਗੀਆਂ? ਉਹ ਕਹਿੰਦੇ ਤੁਹਾਨੂੰ ਕਿਸਾਨ ਨੂੰ ਠੇਕਾ ਵੀ ਦੇਣਗੀਆਂ, ਉਹਨਾਂ ਨੂੰ ਬੀਜ ਵੀ ਪ੍ਰੋਵਾਈਡ ਕਰਨਗੀਆਂ, ਉਹਨਾਂ ਨੂੰ ਖਾਦ ਵੀ ਪ੍ਰੋਵਾਈਡ ਕਰਨਗੀਆਂ, ਉਹਨਾਂ ਨੂੰ ਮਸ਼ੀਨਰੀ ਪ੍ਰੋਵਾਈਡ ਕਰਨਗੀਆਂ। ਉਹਦੇ ਨਾਲ ਕੀ ਹੋਏਗਾ ਕਿ ਕਿਸਾਨ ਦੀ ਜਿਹੜੀ ਠੇਕੇ ਵਾਲੀ ਜਿਹੜੀ ਉਹਦੀ ਕੀਮਤ ਆ ਉਹ ਉਹਨੂੰ ਮਿਲ ਜਾਏਗੀ, ਤੇ ਜਿਹੜੀ ਖੇਤੀ ਆ ਉਹ ਕੰਪਨੀਆਂ ਦੀ ਕਿਸਾਨ ਕਰੂਗਾ। ਮਤਲਬ ਕਿਸਾਨ ਆਪਣੇ ਖੇਤ ਦੇ ਵਿੱਚ ਮਜ਼ਦੂਰ ਬਣ ਗਿਆ। ਲੇਕਿਨ ਉਹਦਾ ਹੋਣਾ ਕੀ ਆ ਕਿ ਜਿੱਦਣ ਇੱਕ ਸਾਲ ਉਹਨਾਂ ਦੀ ਜ਼ਮੀਨ ਲੈ ਲਈ, 10 ਕਿਸਾਨਾਂ ਦੇ ਮੰਨ ਲਓ 5-5 ਖੇਤ ਨਹੀਂ ਲੈ ਲਿਆ, 50 ਖੇਤ ਲੈ ਲਿਆ ਠੇਕੇ ਦੇ ਉੱਤੇ। ਇੱਕ ਸਾਲ ਬਾਅਦ ਕੀ ਹੋਣਾ? ਇੱਕ ਸਾਲ ਬਾਅਦ ਉਹਨੇ 1 ਸਾਲ ਦਾ ਠੇਕਾ ਦੇ ਦਿੱਤਾ, ਦੂਜੇ ਸਾਲ ਕਹਿਣਗੇ ਸਾਨੂੰ ਭਾਅ ਨਹੀਂ ਪੁੱਗਦਾ। ਉਧਰੋਂ ਮੰਡੀ ਦਾ ਸਿਸਟਮ ਖਰਾਬ ਹੋ ਗਿਆ, ਇਧਰੋਂ ਕਿਸਾਨ ਨੂੰ ਕਹਿਣਾ ਤੇ ਸਾਨੂੰ ਭਾਅ ਨਹੀਂ ਪੁੱਗਦਾ। ਕੰਪਨੀਆਂ ਗਈਆਂ ਔਰ ਕਿਸਾਨ ਜਿਹੜਾ ਆ ਕੋਰਟ ਦੇ ਵਿੱਚ ਜਾ ਕੇ ਅਪੀਲ ਵੀ ਨਹੀਂ ਕਰ ਸਕਦਾ। ਇਸ ਕਾਨੂੰਨ ਦੇ ਵਿੱਚ ਆ ਵੀ ਤੁਸੀਂ ਕੋਰਟ ਦਾ ਦਰਵਾਜ਼ਾ ਨਹੀਂ ਖੜਕਾ ਸਕਦੇ। ਉੱਥੇ ਵੀ ਅਸੀਂ ਗਏ। ਤੀਜਾ, ਇਹਨਾਂ ਨੇ ਜਿਹੜਾ ਇਸ ਬਿੱਲ ਦਾ ਤੀਜਾ ਪਾਰਟ ਆ ਉਹ ਹੈਗਾ ਜਿਹੜਾ ਮੁਨਾਫਾਖੋਰਾਂ ਨੂੰ, ਕਾਲਾ ਬਾਜ਼ਾਰੀਆਂ ਨੂੰ ਉਤਸ਼ਾਹਿਤ ਕਰਨ ਵਾਲਾ। ਅੱਜ ਤੱਕ ਸਾਡੇ ਦੇਸ਼ ਦੇ ਅੰਦਰ ਇੱਕ ਕਾਨੂੰਨ ਸੀ ਕਿ ਜਿਹੜੀਆਂ ਜ਼ਰੂਰੀ ਵਸਤਾਂ ਆ ਖਾਣ ਪੀਣ ਦੀਆਂ, ਉਹ ਵਸਤਾਂ ਜਿਹੜੀਆਂ ਇੱਕ ਲਾਈਨ ਦਿੱਤੀ ਸੀ ਵੀ ਇਹਦੇ ਤੱਕ ਹੀ ਇਹ ਵਸਤਾਂ ਜਿਹੜੀਆਂ ਕੋਈ ਬੰਦਾ ਸਟੋਰ ਕਰ ਸਕਦਾ। ਲੇਕਿਨ ਇਹਨਾਂ ਨੇ ਉਹ ਹੱਦ ਜਿਹੜੀ ਆ ਉਹ ਖਤਮ ਕਰ ਦਿੱਤੀ। ਹੁਣ ਕੋਈ ਵੀ ਕੰਪਨੀ, ਕੋਈ ਵੀ ਖਰੀਦਦਾਰ ਭਾਵੇਂ ਜਿੰਨੀ ਮਰਜ਼ੀ ਜ਼ਰੂਰੀ ਵਸਤਾਂ ਨੂੰ ਆਪਣੇ ਸਟੋਰਾਂ ਦੇ ਵਿੱਚ ਸਟੋਰ ਕਰ ਲਵੇ, ਪਾਬੰਦੀ ਕੋਈ ਨਹੀਂ। ਤੇ ਹੋਊਗਾ ਕੀ? ਅੱਜ ਪਿਆਜ਼ ਜਿਹੜਾ ਆ ਜਦੋਂ ਕਿੱਲਤ ਆਉਂਦੀ 150-150 ਰੁਪਏ ਕਿਲੋ ਖਾਦਾ ਪਿਆਜ਼। ਮੈਂ ਕਹਾਂ ਜੀ ਇੱਕ ਪਿਆਜ਼ ਜਿਹੜਾ 50-50 ਰੁਪਏ ਦਾ ਪੀਸ ਪੈਂਦਾ ਸੀ। ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਜਦੋਂ ਇਹ ਮੁਨਾਫਾਖੋਰ ਮਾਰਕੀਟ ਦੇ ਵਿੱਚੋਂ ਇੱਕ ਵਾਰੀ ਸਸਤੇ ਭਾਅ ਨੂੰ, ਜਿੱਦਾਂ ਆਲੂ ਜਿਹੜਾ ਆ, ਆਲੂ ਦੇ ਲੇਜ਼ ਆਪਾਂ ਖਾਂਦੇ ਆ, ਆਲੂ ਚਿਪਸ ਜਿਹੜੇ ਹੈਗੇ ਆ ਉਹ 'ਚ ਹਵਾ ਭਰੀ ਹੁੰਦੀ ਆ, 10 ਰੁਪਏ ਦਾ ਪੈਕਟ। ਤੇ ਮੇਰਾ ਖਿਆਲ ਆ ਵੀ ਸ਼ਾਇਦ 50 ਗ੍ਰਾਮ ਆਲੂ ਹੋਣਗੇ। 50 ਗ੍ਰਾਮ ਆਲੂ ਜਿਹੜੇ ਆ ਉਹ 10 ਰੁਪਈਆਂ ਦੇ ਵੇਚਦੇ ਆ। ਤੇ ਕਿਸਾਨ ਦਾ ਆਲੂ ਜਿਹੜਾ ਆ ਉਹ 2 ਰੁਪਏ ਕਿਲੋ, ਤੇ ਕਈ ਵਾਰੀ ਉਹ ਟੋਏ 'ਚ ਸੁੱਟਣਾ ਪੈਂਦਾ। ਤੇ ਇਹਦਾ ਮਤਲਬ ਕੀ ਹੋਇਆ ਵੀ ਜਿਹੜੀ ਤੀਸਰੀ ਜਿਹੜਾ ਇਹਨਾਂ ਦਾ ਬਿੱਲ ਦਾ ਪਾਰਟ ਆ ਉਹ ਇਹਨਾਂ ਨੇ ਮੁਨਾਫਾਖੋਰਾਂ ਨੂੰ, ਕਾਲਾ ਬਾਜ਼ਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ। ਇਸ ਕਰਕੇ ਤਿੰਨੇ ਜਿਹੜੇ ਕਾਨੂੰਨ ਆ ਉਹ ਕਾਨੂੰਨ ਗਲਤ ਹੈ। ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ। ਇਹ ਕਹਿੰਦੇ ਆ ਵੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ, ਕਿਸਾਨਾਂ ਨੂੰ ਨਹੀਂ ਗੁੰਮਰਾਹ ਕਰ ਰਹੇ। ਇਹ ਕਿਸਾਨਾਂ ਨੂੰ ਮਨਾ ਕੇ ਦੇਖ ਲੈਂਦੇ। ਇਸ ਕਰਕੇ ਇਹ ਜਿਹੜੇ ਤਿੰਨੇ ਕਾਨੂੰਨ ਆ ਇਹਨਾਂ ਨੂੰ ਵਾਪਸ ਲੈਣੇ ਹੀ ਪੈਣੇ ਆ। ਜਰਨੈਲ ਨੰਗਲ ਜੀ, ਜਿੱਦਾਂ ਤੁਸੀਂ ਤਿੰਨੇ ਕਾਨੂੰਨਾਂ ਬਾਰੇ ਬੜੇ ਹੀ ਵਿਸਤਾਰ ਨਾਲ ਦੱਸਿਆ, ਚਲੋ ਤੁਸੀਂ ਪੋਲੀਟੀਕਲ ਰੱਖਦੇ, ਆਮ ਬੰਦਿਆਂ ਨੂੰ ਵੀ ਇਹਨਾਂ ਕਾਨੂੰਨਾਂ ਬਾਰੇ ਵਿਸਤਾਰ ਪਤਾ, ਇਹ ਸਰਕਾਰਾਂ ਦੇ ਸਮਝ ਵਿੱਚ ਕਿਉਂ ਨਹੀਂ ਆ ਰਿਹਾ? ਸਰਕਾਰਾਂ ਨੇ ਤਾਂ ਬਣਾਇਆ, ਉਹਨਾਂ ਨੂੰ ਪਤਾ ਆ ਬਈ ਇਹ ਉਹਨਾਂ ਨੇ ਬਣਾਇਆ ਸੀ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ, ਚਾਹੇ ਉਹ ਦੇਸ਼ ਦੇ ਅਦਾਨੀ ਹੋਣ, ਚਾਹੇ ਅੰਬਾਨੀ ਹੋਣ। ਹੁਣ ਤੁਸੀਂ ਦੇਖੋ, ਮੈਂ ਆਪਣੀ ਸਪੀਚਸ ਦੇ ਵਿੱਚ ਵੀ ਇਹ ਗੱਲ ਕਹਿੰਦਾ ਕਿ ਦੁਨੀਆ ਦੇ ਜਦੋਂ 100 ਅਮੀਰਾਂ ਦੀ ਲਿਸਟ ਬਣਦੀ ਹੈ ਨਾ, ਦੁਨੀਆ ਦੇ 100 ਅਮੀਰਾਂ ਦੀ, ਉਸ ਲਿਸਟ ਦੇ ਵਿੱਚ ਭਾਰਤ ਦਾ ਟਾਟਾ, ਭਾਰਤ ਦਾ ਅੰਬਾਨੀ, ਉਹਨਾਂ ਦੇ ਨਾਮ ਆਉਂਦੇ ਆ ਦੁਨੀਆ ਦੇ 100 ਅਮੀਰਾਂ ਦੇ ਵਿੱਚ। ਤੇ ਉਹ ਕਰਦੇ ਕੀ ਸੀ? ਜਿਹੜਾ ਟਾਟਾ ਆ ਉਹ ਟਰੱਕ ਬਣਾਉਂਦਾ ਸੀ, ਉਹ ਬੱਸਾਂ ਬਣਾਉਂਦਾ ਸੀ, ਤੇ ਅੱਜ ਕੀ ਬਣਾਉਣ ਲੱਗ ਪਿਆ? ਟਾਟਾ ਨਮਕ। ਮਤਲਬ ਉੱਪਰਲੀ ਚੀਜ਼ ਵੀ ਉਹੀ ਤੇ ਉਹ ਚੀਜ਼ ਵੀ ਉਹ ਬਣਾਉਣ ਲੱਗ ਪਿਆ ਜਿਹੜੇ ਲੋਕ ਰੋਜ਼ ਖਾਣ, ਰੋਜ਼ ਵਸਤਾਂ ਦੀ ਛੋਟੀ ਚੀਜ਼ ਵੀ ਉਹ ਬਣਾਉਣ ਲੱਗ ਪਿਆ। ਰਿਲਾਇੰਸ ਵਾਲੇ ਕੀ ਬਣਾਉਂਦੇ ਸੀ? ਉਹਨਾਂ ਦੇ ਵੱਡੇ ਵੱਡੇ ਪੈਟਰੋਲ ਪੰਪ, ਉਹਨਾਂ ਦੀਆਂ ਗੈਸ ਏਜੰਸੀਆਂ। ਤੇ ਅੱਜ ਕੀ ਬਣਾਉਣ ਲੱਗ ਪਏ? ਰਿਲਾਇੰਸ ਫਰੈਸ਼ ਦੇ ਨਾਂ ਤੇ ਸਬਜ਼ੀਆਂ ਵੇਚਣ ਲੱਗ ਪਏ, ਰਿਲਾਇੰਸ ਫਰੈਸ਼ ਦੇ ਨਾਂ ਤੇ ਸਟੋਰ ਖੁੱਲ੍ਹ ਗਏ ਉਹਨਾਂ ਦੇ। ਇਹਦਾ ਮਤਲਬ ਕੀ ਆ ਕਿ ਉਹਨਾਂ ਨੇ ਛੋਟਾ ਦੁਕਾਨਦਾਰ, ਉਹਨਾਂ ਨੇ ਛੋਟਾ ਵਪਾਰੀ, ਉਹਨਾਂ ਨੇ ਛੋਟਾ ਆੜ੍ਹਤੀਆ, ਉਹਨਾਂ ਨੇ ਪੱਲੇਦਾਰ, ਉਹਨਾਂ ਨੇ ਜਿਹੜਾ ਹੈਗਾ ਕਿਸਾਨ ਦੇ ਖੇਤ ਵਿੱਚ ਕੰਮ ਕਰਨ ਵਾਲਾ ਮਜ਼ਦੂਰ, ਸਾਰੀਆਂ ਕਲਾਸਾਂ ਖਤਮ ਕਰਨੀਆਂ। ਔਰ ਇਹ ਕਾਰਪੋਰੇਟ ਘਰਾਣੇ ਜਿਹੜੇ ਆ ਇਹਨਾਂ ਨੂੰ ਮੁਨਾਫਾ ਕਿਉਂ ਪਹੁੰਚਾਇਆ ਜਾ ਰਿਹਾ? ਕਿਉਂਕਿ ਇਹ ਇਲੈਕਸ਼ਨ ਦੇ ਵਿੱਚ ਕਰੋੜਾਂ ਰੁਪਈਆ ਇਹਨਾਂ ਪਾਰਟੀਆਂ ਨੂੰ ਫੰਡ ਦਿੰਦੇ ਆ, ਔਰ ਇਹ ਫੰਡ ਕਰਕੇ ਹੀ ਇਹਨਾਂ ਦਾ ਪੱਖ ਪੂਰਦੇ ਆ। ਪਤਾ ਸਾਰਾ ਹੀ ਆ
ਜੇ ਆਪਾਂ ਫੰਡਿੰਗ ਤੋਂ ਗੱਲ ਕਰੀਏ ਤਾਂ ਭਾਜਪਾ ਸਰਕਾਰ ਦੇ ਜਿਹੜੇ ਮੰਤਰੀ ਆ ਉਹ ਇਹ ਕਹਿ ਰਹੇ ਕਿ ਕਿਸਾਨਾਂ ਨੂੰ ਤਾਂ ਬਾਹਰੋਂ ਫੰਡਿੰਗ ਹੋ ਰਹੀ ਹੈ ਤਾਂ ਉਹ ਫੰਡ ਦੇ ਚੱਕਰ ਵਿੱਚ ਕਰ ਰਹੇ ਆ। ਮੈਂ ਕਹਿੰਦਾ ਜੀ ਜੇ ਇਹਨਾਂ ਨੂੰ ਸਾਰੀਆਂ ਗੱਲਾਂ ਇਹਨਾਂ ਦੀਆਂ ਮੰਨੀਆਂ, ਇਹ ਕਹਿੰਦੇ ਫੰਡ ਮਿਲ ਰਿਹਾ, ਇਹ ਕਹਿੰਦੇ ਗੁੰਮਰਾਹ ਕੀਤੇ ਜਾ ਰਹੇ, ਮੈਂ ਕਹਿੰਦਾ ਇਹਨਾਂ ਦੀ ਇੰਟੈਲੀਜੈਂਸ ਸੀ, ਇਹਨਾਂ ਦੇ ਇੰਟੈਕਚੁਅਲ ਲੋਕ ਜਿਹੜੇ ਉੱਥੇ ਬੈਠੇ ਆ, ਇਹਨਾਂ ਦੇ ਕੈਬਨਿਟ ਵਜ਼ੀਰ ਜਿਹੜੇ ਬੈਠੇ ਉਹ ਸਾਰੇ ਮਿੱਟੀ ਦੇ ਮਾਧੋ ਆ। ਕਿਉਂ ਨਹੀਂ ਸਮਝਾ ਰਹੇ? ਅੱਜ ਸੋਮ ਪ੍ਰਕਾਸ਼ ਕਹਿੰਦੇ ਰਿਟਾਇਰਡ ਆਈਏਐਸ ਅਫਸਰ ਆ, ਉਹ ਲੋਕ ਸਭਾ ਹੁਸ਼ਿਆਰਪੁਰ ਆਪਣੀ ਲੋਕ ਸਭਾ ਆ ਨਾ, ਇੱਥੋਂ ਜਿੱਤ ਕੇ ਗਿਆ, ਉਹ ਕੈਬਨਿਟ ਦੇ ਵਿੱਚ ਰਾਜ ਮੰਤਰੀ ਬਣਿਆ। ਕਿਉਂ ਲੋਕਾਂ ਦਾ ਮੂੰਹ ਲੁਕਾਉਂਦਾ ਫਿਰਦਾ? ਆ ਕੇ ਦੱਸੇ ਇੱਥੇ ਲੋਕਾਂ ਨੂੰ, ਇੱਥੇ ਸਟੇਜ ਤੇ ਆ ਕੇ ਕਹਿ ਦੇਵੇ ਲੈ ਵੇ ਮੈਂ ਸਮਝਾਉਣਾ ਬਿੱਲ, ਇੱਥੇ ਆ ਕੇ ਕਹੇ ਵੀ ਮੈਂ ਸਮਝਾਉਣਾ ਬਿੱਲ। ਉਹ 'ਚ ਕਿਉਂ ਨਹੀਂ ਹਿੰਮਤ ਹੈਗੀ? ਉਹ ਆਈਏਐਸ ਅਫਸਰ ਰਿਹਾ ਨਾ, ਆਈਏਐਸ ਜਿਹੜਾ ਆ ਉਹ ਕੋਈ ਛੋਟੇ ਦਿਮਾਗ ਵਾਲਾ ਤਾਂ ਹੋ ਨਹੀਂ ਸਕਦਾ। ਤੇ ਇਦਾਂ ਦੇ ਕਿੰਨੇ ਆਈਏਐਸ ਇਹਨਾਂ ਕੋਲ ਬੈਠੇ ਆ, ਇਹਨਾਂ ਦੀ ਇੰਟੈਲੀਜੈਂਸ ਹੀ ਕਿੱਥੇ ਗਈ ਆ? ਇਹਦਾ ਮਤਲਬ ਸਿਰਫ ਤੇ ਸਿਰਫ ਇੱਕ ਡਰਾਮੇਬਾਜ਼ੀ ਹੋ ਰਹੀ ਹੈ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਕਿਸਾਨਾਂ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਨੇ, ਕਿਸਾਨਾਂ ਨੂੰ ਨਹੀਂ ਮੈਂ ਕਹੂੰਗਾ, ਕਿਸਾਨ ਦੇ ਨਾਲ ਖੇਤ ਦੇ ਵਿੱਚ ਮਜ਼ਦੂਰ ਵੀ ਕੰਮ ਕਰਦਾ ਉਹ ਵੀ ਬਰਬਾਦ ਹੋਣਾ। ਜਦੋਂ ਕਹਿੰਦੇ ਝੋਟਾ ਮਰ ਜਾਏ ਨਾ ਤਾਂ ਚਿੱਚੜ ਆਪਣੇ ਆਪ ਮਰ ਜਾਂਦੇ ਆ। ਇਹਨਾਂ ਨੇ ਕਿਸਾਨ ਨਹੀਂ ਮਾਰਨਾ, ਕਿਸਾਨ ਦੇ ਨਾਲ ਮੰਡੀ ਦਾ ਆੜਤੀਆ ਮਰਨਾ, ਮੰਡੀ ਦੇ ਆੜਤੀਏ ਦੇ ਨਾਲ ਪੱਲੇਦਾਰ ਮਰਨਾ, ਉਹਦੇ ਨਾਲ ਉਹਦਾ ਮਨੀਮ ਮਰਨਾ, ਉਹਦੇ ਨਾਲ ਖੇਤ ਦੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਮਰਨਾ। ਤੇ ਜਦੋਂ ਇਹਨਾਂ ਲੋਕਾਂ ਕੋਲ ਪੈਸਾ ਨਾ ਹੋਇਆ, ਵੱਡੀ ਗਿਣਤੀ ਆ, ਤਾਂ ਫਿਰ ਖਰੀਦਦਾਰੀ ਕਿਹਨੇ ਕਰਨੀ ਆ? ਦੁਕਾਨਾਂ ਦੇ ਉੱਤੇ ਕੱਪੜਾ ਕਿਹਨੇ ਖਰੀਦਣਾ? ਫਰੂਟ ਕਿਹਨੇ ਖਰੀਦਣਾ? ਡਰਾਈ ਫਰੂਟ ਕਿਹਨੇ ਖਰੀਦਣਾ? ਸਾਈਕਲ ਕਿਹਨੇ ਖਰੀਦਣਾ? ਸਕੂਟਰ ਕਿਹਨੇ ਖਰੀਦਣਾ? ਮੋਟਰਸਾਈਕਲ ਕਿਹਨੇ ਖਰੀਦਣਾ? ਜੇ ਕਿਸੇ ਕੋਲ ਲੋਕਾਂ ਕੋਲ ਪੈਸਾ ਨਾ ਹੋਇਆ ਤਾਂ ਫਿਰ ਦੁਕਾਨਾਂ ਵਾਲੇ ਵੀ ਮਰਨਗੇ, ਇਹ ਸਾਰੇ ਹੀ ਮਰਨਗੇ ਫਿਰ। ਇਸ ਕਰਕੇ ਅੱਜ ਜਿਹੜਾ ਅੰਦੋਲਨ ਆ, ਅੱਜ ਇਹ ਗੱਲ ਲੋਕਾਂ ਦੇ ਸਮਝ ਵਿੱਚ ਆ ਗਈ ਆ, ਇਹ ਸਿਰਫ ਤੇ ਸਿਰਫ ਖੇਤੀ ਸੁਧਾਰ ਕਾਨੂੰਨ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਦਾ ਡੈਥ ਵਾਰੰਟ ਆ। ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਆ ਹੁਣ ਸੁਚੇਤ ਹੋ ਗਏ ਆ। ਇਹ ਬੰਦੇ ਜਿਹੜੇ ਹੈਗੇ ਆ ਕੇਂਦਰ ਦੀ ਸਰਕਾਰ ਦੇ ਵਿੱਚ ਜਿੰਨੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਸੀ, ਇਹਨਾਂ ਦੇ ਝੂਠ ਦਾ ਪਰਦਾ ਹੁਣ ਫਾਸ਼ ਹੋ ਚੁੱਕਾ ਆ। ਲੋਕਾਂ ਦੇ ਸਾਹਮਣੇ ਇਹਨਾਂ ਦੇ ਕੋਲ ਗੱਲ ਕਰਨ ਦੀ ਹੁਣ ਹਿੰਮਤ ਹੈ ਨਹੀਂ। ਇਹਨਾਂ ਨੂੰ ਇਹ ਜਿਹੜਾ ਕਾਨੂੰਨ ਆ ਉਹ ਵਾਪਸ ਲੈਣਾ ਪੈਣਾ। ਔਰ ਅਸੀਂ ਲੋਕ ਇਨਸਾਫ ਪਾਰਟੀ ਦੀ ਤਰਫੋਂ ਪਹਿਲੇ ਦਿਨ, ਕਿਉਂਕਿ ਜਿਸ ਵੇਲੇ ਲੋਕਾਂ ਨੂੰ ਇਸ ਕਾਨੂੰਨ ਦਾ ਇਲਮ ਨਹੀਂ ਸੀ, ਜਾਣਕਾਰੀ ਨਹੀਂ ਸੀ, ਜੂਨ ਮਹੀਨੇ 22 ਜੂਨ ਤੋਂ 26 ਜੂਨ ਤੱਕ 5 ਦਿਨ ਖੇਤੀ ਸੁਧਾਰ ਆਰਡੀਨੈਂਸ ਸੀ, ਉਸ ਵੇਲੇ ਅਸੀਂ ਉਸ ਆਰਡੀਨੈਂਸ ਦੇ ਵਿਰੋਧ ਵਿੱਚ 5 ਦਿਨ ਘਰਾਂ ਤੋਂ ਬਾਹਰ ਰਹੇ, 300 ਕਿਲੋਮੀਟਰ ਸਾਈਕਲ ਚਲਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸਦਨ ਬੁਲਾ ਕੇ ਨਾ ਕਾਨੂੰਨਾਂ ਨੂੰ ਰੱਦ ਕਰੋ। ਉਸ ਵੇਲੇ ਮੁੱਖ ਮੰਤਰੀ ਨੇ ਸਾਡੀ ਨਹੀਂ ਸੁਣੀ। ਉਸ ਵੇਲੇ ਬਹੁਤ ਸਾਰੇ ਲੋਕਾਂ ਨੇ, ਅਕਾਲੀ ਦਲ ਵਾਲਿਆਂ ਨੇ ਵੀ ਇਹ ਗੱਲ ਕਹੀ, ਦੂਜਿਆਂ ਨੇ ਵੀ ਇਹ ਗੱਲ ਕਹੀ ਵੀ ਇਹ ਤਾਂ ਰਾਜਨੀਤੀ ਕਰ ਰਹੇ ਆ। ਅੱਜ ਉਹੀ ਗੱਲ ਜਿਹੜੀ ਆ ਅੱਜ ਸਾਰੇ ਕਹਿ ਰਹੇ ਆ, ਅਸੀਂ ਉਹ 5 ਦਿਨ ਦਾ ਅੰਦੋਲਨ, ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਉਹ 5 ਦਿਨ ਦੇ ਅੰਦੋਲਨ ਦੇ ਵਿੱਚ ਅਸੀਂ 10 ਲੱਖ ਪੈਂਪਲੇਟ ਵੰਡਿਆ ਸੀ। ਅਸੀਂ ਲੋਕਾਂ ਨੂੰ ਜਾਗਰਿਤ ਕੀਤਾ ਸੀ ਕਿ ਇਹ ਜਿਹੜਾ ਕਾਲਾ ਕਾਨੂੰਨ ਜੇ ਬਣ ਗਿਆ ਤਾਂ ਆਪਾਂ ਪੰਜਾਬ ਦੇ ਲੋਕ ਜਿਹੜੇ ਆ ਬਰਬਾਦ ਹੋ ਜਾਣਗੇ। ਅੱਜ ਪੰਜਾਬ ਨਹੀਂ, ਪੰਜਾਬ ਅੱਜ ਨੁਮਾਇੰਦਗੀ ਕਰ ਰਿਹਾ, ਪੰਜਾਬ ਅੱਜ ਅਗਵਾਈ ਕਰ ਰਿਹਾ, ਔਰ ਪੂਰੇ ਦੇਸ਼ ਦਾ ਕਿਸਾਨ ਜਿਹੜਾ ਹੈਗਾ ਉਹ ਅੱਜ ਇਸ ਕਾਨੂੰਨ ਦੇ ਵਿਰੋਧ ਵਿੱਚ ਉੱਠ ਕੇ ਖੜਾ ਹੋ ਗਿਆ। ਔਰ ਅਸੀਂ ਇਸ ਅੰਦੋਲਨ ਨੂੰ ਪੂਰਾ ਸਮਰਥਨ ਦਿੰਦੇ ਹਾਂ। ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਜਥੇਬੰਦੀਆਂ ਜੋ ਵੀ ਪ੍ਰੋਗਰਾਮ ਲਿਖਣਗੀਆਂ ਅਸੀਂ ਉਹਦਾ ਡਟ ਕੇ ਸਪੋਰਟ ਕਰਾਂਗੇ। ਇਹ ਸਨ ਲੋਕ ਇਨਸਾਫ ਪਾਰਟੀ ਦੇ ਫਗਵਾੜਾ ਤੋਂ ਜਰਨੈਲ ਨੰਗਲ ਜੀ, ਜਿਨ੍ਹਾਂ ਨੇ ਵਿਸਤਾਰਪੂਰਵਕ ਉਹ ਤਿੰਨੇ ਕਾਨੂੰਨਾਂ ਬਾਰੇ ਵੀ ਦੱਸਿਆ ਤੇ ਨਾਲ ਇਹ ਵੀ ਦੱਸਿਆ ਕਿ ਉਹ ਤਿੰਨੇ ਕਾਨੂੰਨ ਜਿਹੜੇ ਕਿਸਾਨੀ ਦੇ ਲਈ ਨਹੀਂ, ਪੰਜਾਬ ਦਾ ਡੈਥ ਵਾਰੰਟ ਆ। ਤੇ ਕਿਸਾਨੀ ਧਰਨੇ ਨੂੰ ਲੈ ਕੇ ਅਗਲੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ।